ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਕੀ ਹਾਲ ਹੈ ਤੁਹਾਡਾ? ਸਭ ਠੀਕ ਠਾਕ ਹੋ? ਅੱਜ ਆਪਾਂ ਬਣਾਉਣ ਰਹੇ ਹਾਂ ਬੜਾ ਹੀ ਸਵਾਦੀ ਜਿਹਾ ਦੇਸੀ ਚਿਕਨ, ਜਿਹਨੂੰ ਬਣਾਉਣ ਦਾ ਤਰੀਕਾ ਬੜਾ ਹੀ ਆਸਾਨ ਹੈ ਤੇ ਬੜਾ ਹੀ ਮਜ਼ੇਦਾਰ ਜਿਹਾ ਬਣੇਗਾ। ਬਿਲਕੁਲ ਸਿੰਪਲ ਜਿਹੀਆਂ ਚੀਜ਼ਾਂ ਨਾਲ, ਘਰ ਜਿਹੜੀਆਂ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਪਾ ਕੇ ਆਪਾਂ ਇੰਨਾ ਸਵਾਦੀ ਜਿਹਾ ਚਿਕਨ ਬਣਾਵਾਂਗੇ। ਤੇ ਬਿਨਾਂ ਟਾਈਮ ਜ਼ਾਇਆ ਕੀਤੇ ਆਪਾਂ ਜ਼ਬਰਦਸਤ ਜੀ ਇਸ ਰੈਸਿਪੀ ਨੂੰ ਬਣਾਉਣਾ ਸ਼ੁਰੂ ਕਰ ਲੈਂਦੇ ਹਾਂ। ਤੇ ਸਭ ਤੋਂ ਪਹਿਲੇ ਜਿਹੜੀ ਆਪਾਂ ਨੂੰ ਚੀਜ਼ ਚਾਹੀਦੀ ਆ ਉਹ ਚਿਕਨ। ਤੇ ਚਿਕਨ ਲੈ ਕੇ ਇਹਨੂੰ ਮੈਂ ਚੰਗੀ ਤਰ੍ਹਾਂ ਪਹਿਲੇ ਤੇ ਅਸੀਂ ਇਹਨੂੰ ਧੋ ਲਿਆ ਸੀ ਤੇ ਸਾਫ਼ ਸੁਫ ਕਰ ਲਿਆ ਸੀ। ਥੋੜਾ ਬਹੁਤਾ ਜਿਹੜਾ ਹੁੰਦਾ ਨਾ ਦੇਸੀ ਚਿਕਨ, ਉਹਦੇ ਉੱਤੇ ਥੋੜੇ ਬਹੁਤੇ ਵਾਲ ਵਗੈਰਾ ਹੁੰਦੇ, ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੇ। ਸਾਫ਼ ਕਰਕੇ ਇਹਨੂੰ ਤੁਸੀਂ ਧੋ ਲਿਆ ਜੇ ਚੰਗੀ ਤਰ੍ਹਾਂ। ਜਦੋਂ ਚੰਗੀ ਤਰ੍ਹਾਂ ਧੋ ਲਵੋ ਤੇ ਕਿਸੇ ਟੋਕਰੀ 'ਚ ਪਾ ਕੇ ਰੱਖ ਲਿਆ ਜੇ, ਤਾਂ ਕਿ ਜਿਹੜਾ ਕੋਈ ਇਹਦਾ ਬਲੱਡ ਵਗੈਰਾ ਹੋਏ ਨਾ, ਐਕਸਟਰਾ ਪਾਣੀ, ਉਹ ਨਿਕਲ ਜਾਵੇ। ਹੁਣ ਆਪਾਂ ਲੈ ਲਵਾਂਗੇ ਕੜਾਹੀ, ਉਹ 'ਚ ਪਾਵਾਂਗੇ ਆਪਾਂ ਘਿਓ ਪਾ ਕੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਗੰਢੇ। ਤੇ ਗੰਢੇ ਜਿਹੜੇ ਆ ਮੈਂ ਇੱਥੇ 3 ਪਾਏ ਆ, ਥੋੜੇ ਮੈਂ ਜ਼ਿਆਦਾ ਪਾਏ ਆ। ਤੁਸੀਂ ਚਾਹੋ ਤਾਂ ਥੋੜੇ ਘੱਟ ਪਾ ਸਕਦੇ ਹੋ, ਬਸ ਮੈਂ ਕਿਹਾ ਚਲਾ ਥੋੜਾ ਮਸਾਲਾ ਜ਼ਿਆਦਾ ਬਣ ਜਾਏਗਾ। ਹੁਣ ਗੰਢੇ ਪਾ ਕੇ ਨਾ ਆਪਾਂ ਇਹਨਾਂ ਨੂੰ ਥੋੜੀ ਦੇਰ ਲਈ ਭੁੰਨਣਾ, ਬਹੁਤਾ ਵੀ ਨਹੀਂ ਭੁੰਨਣਾ ਹੈ, ਕਿਉਂਕਿ ਇਹ ਦੂਸਰਾ ਚਿਕਨ ਨਹੀਂ ਨਾ ਹੈ, ਜਿਹੜਾ ਹੁੰਦਾ ਬਰਾਇਲਰ ਚਿਕਨ, ਉਹ ਨਹੀਂ ਨਾ ਹੈ, ਇਹ ਦੇਸੀ ਚਿਕਨ ਆ। ਤੇ ਫਿਰ ਥੋੜਾ ਜਿਹਾ ਇਹਨੂੰ ਪਕਾਉਣ ਦਾ ਤਰੀਕਾ ਨਾ ਉਹ ਥੋੜਾ ਜਿਹਾ ਚੇਂਜ ਹੈ। ਅੱਛਾ, ਹੁਣ ਤੁਸੀਂ ਇੱਥੇ ਵੇਖ ਸਕਦੇ ਹੋ ਥੋੜਾ ਜਿਹਾ ਪਿਆਜ਼ ਜਿਹੜਾ ਨਾ ਉਹ ਹਲਕਾ ਜਿਹਾ ਆਪਣਾ ਸੌਫਟ ਹੋ ਗਿਆ। ਤੇ ਬਸ ਆਪਾਂ ਇੰਨਾ ਹੀ ਸੌਫਟ ਕਰਾਂਗੇ। ਹੁਣ ਜਿਹੜਾ ਆਪਾਂ ਰੱਖਿਆ ਸੀ ਨਾ, ਥੋੜੀਆਂ ਜਿਹੀਆਂ ਮੈਂ ਕੱਟ ਕੇ ਰੱਖੀਆਂ ਸੀਗੀਆਂ ਸਬਜ਼ ਮਿਰਚਾਂ, ਇਹਨਾਂ ਨੂੰ ਵੀ ਆਪਾਂ ਵਿੱਚ ਪਾ ਦਾਂਗੇ। ਇਹਨਾਂ ਨੂੰ ਪਾ ਕੇ ਨਾ ਨਾਲ ਹੀ ਜਿਹੜਾ ਆਪਾਂ ਚਿਕਨ ਚੰਗੀ ਤਰ੍ਹਾਂ ਧੋ ਕੇ ਰੱਖਿਆ ਸੀ ਨਾ, ਉਹਨੂੰ ਵੀ ਵਿੱਚ ਪਾ ਦਾਂਗੇ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜ੍ਹੀ ਦੇਰ ਵਾਸਤੇ ਨਾ ਭੁੰਨ ਲਵਾਂਗੇ। ਇਵੇਂ ਹੀ ਜੇ ਆਪਾਂ ਚਿਕਨ ਦੇ ਵਿੱਚ ਪਾਣੀ ਵੀ ਪਾ ਦਿੰਦੇ, ਸਾਰੇ ਮਸਾਲੇ ਵੀ ਪਾ ਕੇ ਤੇ ਇਹਨੂੰ ਪੱਕਣਾ ਰੱਖ ਦਿੰਦੇ ਨਾ, ਤੇ ਫਿਰ ਨਾ ਇਹਦੇ 'ਚੋਂ ਨਾ ਥੋੜ੍ਹੀ ਕੱਚੀ ਕੱਚੀ ਜੀ ਸਮੈਲ ਆਉਣੀ ਸੀ, ਸਵਾਦ ਨਹੀਂ ਸੀ ਇਹਦਾ ਆਉਣਾ। ਤੇ ਜੇ ਤੁਸੀਂ ਐਵੇਂ ਇਹਨੂੰ ਥੋੜ੍ਹਾ ਜਿਹਾ ਫਰਾਈ ਕਰ ਲਓਗੇ ਨਾ, ਤੇ ਜੇ ਗੰਢੇ ਆ ਨਾ, ਉਹਨਾਂ ਦਾ ਜਦੋਂ ਬਾਅਦ 'ਚ ਮਸਾਲਾ ਬਣੇਗਾ ਨਾ, ਉਹ ਵੀ ਬੜਾ ਹੀ ਵਧੀਆ ਬਣੇਗਾ, ਸਮੂਥ ਜਿਹਾ ਬਿਲਕੁਲ ਬਣੇਗਾ। ਤੇ ਜਿਹੜਾ ਚਿਕਨ ਹੈ ਨਾ, ਉਹਦੀ ਸਮੈਲ ਵੀ ਤੁਹਾਨੂੰ ਬਿਲਕੁਲ ਨਹੀਂ ਆਏਗੀ, ਉਹਦਾ ਵੀ ਜ਼ਾਇਕਾ ਬੜਾ ਹੀ ਵਧੀਆ ਹੋਏਗਾ। ਹੁਣ ਆਪਾਂ ਇਹਨੂੰ ਭੁੰਨ ਲੈਣਾ ਥੋੜ੍ਹੀ ਦੇਰ, ਬਸ ਐਵੇਂ ਥੋੜ੍ਹੀ ਤੇਜ਼ ਅੱਗ 'ਤੇ ਭੁੰਨ ਲਿਆ ਜੇ, ਹਲਕਾ ਜਿਹਾ ਆਪਾਂ ਇਹਦਾ ਕਲਰ ਹੀ ਚੇਂਜ ਕਰਨਾ। ਤੇ ਹੁਣ ਮੈਂ ਲੈ ਲਈਆਂ 2 ਇਲਾਚੀਆਂ ਸੀਗੀਆਂ ਵੱਡੀਆਂ ਜਿਹੜੀਆਂ ਹੁੰਦੀਆਂ, ਥੋੜ੍ਹਾ ਜਿਹਾ ਜ਼ੀਰਾ, 2-3 ਲੌਂਗ ਲੈ ਲਏ ਆ। ਸਾਰੀਆਂ ਚੀਜ਼ਾਂ ਪਾਤੀਆਂ, ਇਹਦੇ ਨਾਲ ਵੀ ਵਾਹਵਾ ਚੰਗੀ ਖੁਸ਼ਬੂ ਆਉਂਦੀ ਆ। 1 ਚਮਚਾ ਮੈਂ ਵਿੱਚ ਪਾ ਦਿੱਤਾ ਲੂਣ ਦਾ ਨਾ, ਤੇ ਪਾ ਕੇ ਨਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਐਵੇਂ ਤੇ ਥੋੜ੍ਹੀ ਤੇਜ਼ ਅੱਗ 'ਤੇ ਨਾ 1 ਤੋਂ 2 ਮਿੰਟ ਭੁੰਨ ਲਾਂਗੇ। ਇਸ ਟਾਈਮ ਲੂਣ ਪਾਵਾਂਗੇ ਨਾ, ਉਹਦਾ ਆਪਾਂ ਨੂੰ ਇੰਨਾ ਫਾਇਦਾ ਹੋਏਗਾ ਕਿ ਨਾ ਬੋਟੀਆਂ ਦੇ ਅੰਦਰ ਤੱਕ ਨਾ ਨਮਕ ਦਾ ਨਾ ਟੇਸਟ ਚਲਾ ਜਾਏਗਾ। ਤੇ ਜਦੋਂ ਤੁਸੀਂ ਖਾਓਗੇ ਨਾ, ਤੁਹਾਨੂੰ ਚਿਕਨ ਅੰਦਰੋਂ ਫਿੱਕਾ ਫਿੱਕਾ ਨਹੀਂ ਲੱਗੂਗਾ। ਅੱਛਾ, ਹੁਣ ਇਹਨਾਂ ਨੂੰ ਆਪਾਂ ਭੁੰਨ ਲਿਆ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਨਾ ਹੁਣ ਬਸ ਇੰਨਾ ਹੀ ਭੁੰਨਣਾ, ਬਹੁਤ ਜ਼ਿਆਦਾ ਦੇਰ ਉਵੇਂ ਵੀ ਨਹੀਂ ਭੁੰਨਣਾ, ਬਸ 5 ਤੋਂ 6 ਮਿੰਟ, 3 ਤੋਂ ਜ਼ਿਆਦਾ ਬਸ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ। ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਟਮਾਟਰ। ਟਮਾਟਰ ਵੀ ਵਾਹਵਾ ਸਸਤੇ ਹੋਏ ਨੇ, ਤੇ ਫਿਰ ਮੈਂ ਵੀ ਥੋੜ੍ਹੇ ਜਿਹੇ ਜ਼ਿਆਦਾ ਪਾ ਲਏ। ਮੈਂ ਕਿਹਾ ਅੱਛਾ ਸਸਤੇ ਨੇ, ਜਦੋਂ ਮਹਿੰਗੇ ਹੋਣਗੇ ਉਦੋਂ ਘੱਟ ਪਾ ਲਾਂਗੇ। ਤੇ ਮੈਂ ਇਹਦੇ ਵਿੱਚ ਨਾ ਤਕਰੀਬਨ 3-4 ਟਮਾਟਰ ਪਾਤੇ। ਹੁਣ ਇਹਦੇ ਵਿੱਚ ਪਾਤੀ ਮੈਂ ਹਲਦੀ ਅੱਧਾ ਚਮਚਾ, ਤੇ ਲਾਲ ਮਿਰਚ ਪਾਤੀ। ਤੇ ਪਾ ਕੇ ਨਾ ਹੁਣ ਇਹਨਾਂ ਨੂੰ ਆਪਾਂ ਪਕਾ ਲਾਂਗੇ। 1 ਚਮਚਾ ਮੈਂ ਲਾਲ ਮਿਰਚ ਪਾਈ ਆ, ਬਹੁਤੀ ਖਾਂਦੇ ਹੋਵੋ ਤਾਂ ਤੁਸੀਂ ਥੋੜ੍ਹੀ ਜ਼ਿਆਦਾ ਪਾ ਲਿਆ ਜੀ। ਹੁਣ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਫਿਰ ਥੋੜ੍ਹਾ ਜਿਹਾ ਭੁੰਨ ਲੈਣਾ, 1 ਤੋਂ 2 ਮਿੰਟ। ਤੇ ਜਦੋਂ ਤੁਸੀਂ 1 ਤੋਂ 2 ਮਿੰਟ ਇਹਨੂੰ ਚੰਗੀ ਤਰ੍ਹਾਂ ਭੁੰਨ ਲਵੋ, ਤੇ ਫਿਰ ਆਪਾਂ ਨਾ ਇਹਦੇ ਵਿੱਚ ਪਾਉਣਾ ਵਾ ਪਾਣੀ, ਤਾਂ ਕਿ ਜਿਹੜਾ ਚਿਕਨ ਆ ਨਾ, ਹੁਣ ਉਹਨੂੰ ਆਪਾਂ ਗਲਾਉਣਾ ਵਾ ਚੰਗੀ ਤਰ੍ਹਾਂ। ਹੁਣ ਦਿਲ ਤੁਹਾਡਾ ਕਰੇ ਤਾਂ ਭਾਵੇਂ ਤੁਸੀਂ ਇਹਨੂੰ ਕੁੱਕਰ 'ਚ ਪਾ ਕੇ ਗਲਾ ਲਵੋ, ਦਿਲ ਕਰੇ ਤਾਂ ਐਵੇਂ ਕਰ ਲਵੋ। ਬਹੁਤਾ ਸਖਤ ਹੋਏ ਤਾਂ ਜ਼ਿਆਦਾ ਪਾਣੀ ਪਾ ਲਿਆ ਜੇ, ਨਰਮ ਹੋਏ ਤਾਂ ਥੋੜ੍ਹਾ ਘੱਟ ਪਾਣੀ ਪਾ ਲਿਆ ਜੇ। ਪੁੱਛ ਲਿਆ ਜੇ ਨਾ ਲੈ ਕੇ ਆਉਣ ਵਾਲੇ ਨੂੰ ਕਿ ਚਿਕਨ ਜਿਹੜਾ ਬਹੁਤਾ ਸਖਤ ਤਾਂ ਨਹੀਂ ਸੀ। ਅੱਛਾ, ਹੁਣ ਇਹਨੂੰ ਆਪਾਂ ਪਾਣੀ ਮੈਂ ਪਾ ਦਿੱਤਾ, ਪਾ ਕੇ ਮੈਂ ਢੱਕਣ ਦੇ ਦਾਂਗੀ ਉੱਤੇ। ਢੱਕਣ ਦੇ ਕੇ ਉਹਨੂੰ ਪੱਕਣ ਲਈ ਆਪਾਂ ਛੱਡ ਦੇਵਾਂਗੇ। ਤੇ ਕੁਛ ਦੇਰ ਬਾਅਦ ਵੇਖੋ ਹੁਣ ਪੱਕਣਾ ਸ਼ੁਰੂ ਹੋ ਗਿਆ ਨਾ। ਹੁਣ ਆਪਾਂ ਇਹਦੀ ਜਿਹੜੀ ਅੱਗ ਆ ਨਾ ਥੱਲੇ ਥੋੜ੍ਹੀ ਜਿਹੀ ਆਪਾਂ ਨਾ ਮੱਠੀ ਰੱਖਾਂਗੇ, ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਾਂਗੇ, ਦਰਮਿਆਨੀ ਫਲੇਮ 'ਤੇ ਇਹਨੂੰ ਪੱਕਣ ਦੇਵਾਂਗੇ। ਆਹ ਵੇਖੋ ਹੁਣ ਤਕਰੀਬਨ ਪਾਣੀ ਵੀ ਸਾਰਾ ਸੁੱਕ ਗਿਆ, ਥੋੜ੍ਹਾ ਬਹੁਤਾ ਰਹਿ ਗਿਆ। ਇਸ ਟਾਈਮ ਜੇ ਤੁਹਾਡਾ ਦਿਲ ਕਰੇ ਨਾ, ਤਾਂ ਪਾਣੀ ਤੁਸੀਂ ਕਿਸੇ ਛੰਨੀ ਵਗੈਰਾ ਵਿੱਚ ਲਾ ਲਵੋ, ਤੇ ਲਾ ਕੇ ਰੱਖ ਲਵੋ। ਤੇ ਇਹਨੂੰ ਬਾਅਦ 'ਚ ਤੁਸੀਂ ਗਰੇਵੀ ਵਗੈਰਾ ਬਣਾਉਣ ਲਈ ਜਾਂ ਸ਼ੋਰਾ ਵਗੈਰਾ ਬਣਾਉਣ ਲਈ ਨਾ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ। ਤੇ ਮੈਂ ਅੱਜ ਨਹੀਂ ਸੀ ਬਣਾਉਣਾ, ਤੇ ਮੈਂ ਤੁਹਾਨੂੰ ਭੁੱਜਾ ਜਿਹਾ ਵਿਖਾਵਾਂਗੀ, ਤੇ ਤਾਂ ਕਰਕੇ ਨਾ ਮੈਂ ਇਹਦੇ ਵਿੱਚ ਇਹਨੂੰ ਐਵੇਂ ਹੀ ਖੁਸ਼ ਕਰ ਦਾਂਗੀ, ਤੇਜ਼ ਥੋੜ੍ਹੀ ਜਿਹੀ ਅੱਗ ਕਰਕੇ ਨਾ। ਤੇ ਜਿਵੇਂ ਥੋੜ੍ਹੀ ਜਿਹੀ ਅੱਗ ਕਰਕੇ ਥੋੜ੍ਹਾ ਖੁਸ਼ ਕਰਾਂਗੇ ਨਾ, ਇਹਨਾਂ ਪਾਣੀ ਨਾਲ ਹੀ ਆਪਾਂ ਇਹਦੇ ਵਿੱਚ ਘਿਓ ਪਾ ਦਾਂਗੇ। ਘਿਓ ਪਾ ਕੇ ਹੁਣ ਆਪਾਂ ਦੁਬਾਰਾ ਇਹਨੂੰ ਥੋੜ੍ਹਾ ਜਿਹਾ ਭੁੰਨ ਲੈਣਾ। ਚੰਗੀ ਤਰ੍ਹਾਂ ਐਵੇਂ ਕਰਕੇ ਥੋੜ੍ਹਾ ਚਮਚੇ ਨਾਲ ਭੁੰਨ ਲਾਂਗੇ, ਕਿਉਂਕਿ ਨਾ ਮੈਂ ਹੁਣ ਦੂਸਰਾ ਚਮਚਾ ਲਿਆ ਨਾ, ਉਹ ਜਿਹੜਾ ਚਿਕਨ ਆ ਮੇਰਾ ਵਾਹਵਾ ਹੀ ਗਲ ਗਿਆ ਚੰਗੀ ਤਰ੍ਹਾਂ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਥੋੜ੍ਹੀ ਦੇਰ ਭੁੰਨ ਕੇ ਉਸ ਤੋਂ ਬਾਅਦ ਜੇ ਕੋਈ ਮਸਾਲੇ ਪਸੰਦ ਹੋਣ ਤਾਂ ਪਾ ਲਵੋ। ਤੇ ਮੈਂ ਇੰਚ ਪਾਉਣ ਲੱਗੀ ਅੱਧਾ ਚਮਚਾ ਜ਼ੀਰਾ, ਤੇ ਅੱਧਾ ਚਮਚਾ ਹੀ ਮੈਂ ਧਨੀਆ ਪਾਉਣ ਲੱਗੀ। ਸੁੱਕਾ ਧਨੀਆ ਨਹੀਂ ਹੁੰਦਾ, ਉਹਨੂੰ ਐਵੇਂ ਪੀ ਲਿਆ ਸੀ ਮੈਂ, ਉਹ ਪਾ ਦੇਵਾਂਗੇ। ਤੇ 1 ਚਮਚਾ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਕਸੂਰੀ ਮੇਥੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਨਾ ਹੁਣ ਆਪਾਂ ਦੁਬਾਰਾ ਇਹਨੂੰ ਕੁਛ ਦੇਰ ਲਈ ਭੁੰਨ ਲਾਂਗੇ। ਤੇ ਜਦੋਂ ਤੁਸੀਂ ਦੇਖੋ ਕਿ ਇਹਦੇ ਵਿੱਚੋਂ ਬੜੀ ਵਧੀਆ ਜੀ ਮਸਾਲਿਆਂ ਦੀ ਖੁਸ਼ਬੂ ਆਉਣ ਲੱਗ ਪਈ ਆ, ਤੇ ਬਸ ਚਿਕਨ ਤੁਹਾਡਾ ਬੜਾ ਸਵਾਦੀ ਜਿਹਾ ਤਿਆਰ ਹੋ ਗਿਆ। ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਧਨੀਆ। ਹੁਣ ਜੇ ਤੁਸੀਂ ਇੱਥੇ ਕੋਈ ਗਰੇਵੀ ਬਣਾਉਣੀ ਹੋਏ ਤਾਂ ਥੋੜ੍ਹਾ ਜਿਹਾ ਪਾਣੀ ਪਾ ਲਵੋ, ਤੇ ਉਹਨੂੰ 10 ਕੁ ਮਿੰਟ ਲਈ ਪਕਾ ਲਓ, ਤੇ ਬੜੀ ਸੋਹਣੀ ਬਣ ਜਾਏਗੀ। ਤੇ ਮੈਂ ਇਹਦੇ ਪਾਤਾ ਧਨੀਆ ਪਾ ਕੇ 1 ਦਫਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ। ਮਿਕਸ ਕਰਕੇ ਆਪਾਂ ਇਹਨੂੰ ਪਲੇਟ ਵਿੱਚ ਕੱਢ ਲਾਂਗੇ।
ਤੇ ਆ ਵੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਸਾਡਾ ਜਿਹੜਾ ਚਿਕਨ ਨੇ ਨਾ ਉਹ ਤਿਆਰ ਹੋ ਗਿਆ ਤੇ ਏਡਾ ਮਜ਼ੇਦਾਰ ਤੇ ਜੂਸੀ ਜਿਹਾ ਬਣਿਆ। ਤੇ ਜੇ ਤੁਹਾਨੂੰ ਸਾਡੀ ਰੈਸਪੀ ਪਸੰਦ ਆਏ ਨਾ ਤੇ ਸਾਡੇ ਚੈਨਲ ਨੂੰ ਨਾ ਸਬਸਕ੍ਰਾਈਬ ਵੀ ਕਰਿਆ ਜੇ, ਲਾਈਕ ਵੀ ਕਰਿਆ ਜੇ। ਬਾਕੀ ਅੱਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ। ਅੱਲਾ ਹਾਫਿਜ਼।